ਵਿਕਾਸ ਵਿੱਚ ਸੰਚਾਰ ਸਾਧਨਾਂ ਦਾ ਬਹੁਤ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਮਨੁੱਖ ਨੇ ਹੁਣ ਤੱਕ ਜੋ ਵੀ ਤਰੱਕੀ ਕੀਤੀ ਹੈ ਉਸ ਵਿੱਚ ਇਹਨਾਂ ਸੰਚਾਰ ਸਾਧਨਾਂ ਨੇ ਅਹਿਮ ਰੋਲ ਨਿਭਾਇਆ ਹੈ। ਮਨੁੱਖ ਆਪਣੀ ਗੱਲ ਨੂੰ ਦੂਸਰਿਆਂ ਤੱਕ ਪਹੁੰਚਾਉਣ ਲਈ ਸੰਚਾਰ ਸਾਧਨਾਂ ਦੀ ਵਰਤੋਂ ਕਰਦਾ ਆ ਰਿਹਾ ਹੈ। ਸ਼ੁਰੂ ਵਿੱਚ ਸੰਚਾਰ ਲਿਖਤੀ ਰੂਪ ਵਿੱਚ ਸਾਹਮਣੇ ਆਇਆ। ਮਨੁੱਖ ਦੀ ਸੋਚ ਅਤੇ ਖੋਜ ਨੇ ਫਿਰ ਰੇਡੀਓ ਨੂੰ ਈਜਾਦ ਕੀਤਾ। ਇਸ ਦੀ ਵਰਤੋਂ ਨਾਲ ਦੁਨੀਆ ਦੇ ਵਿਕਾਸ ਵਿੱਚ ਇਨਕਲਾਬੀ ਤਬਦੀਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਭਾਰਤੀ ਰੇਡੀਓ ਦੇ ਇਤਿਹਾਸ ਵਿੱਚ 12 ਨਵੰਬਰ ਦਾ ਦਿਨ ਬਹੁਤ ਅਹਿਮ ਸਮਝਿਆ ਜਾਂਦਾ ਹੈ। 12 ਨਵੰਬਰ 1947 ਨੂੰ ਮਹਾਤਮਾ ਗਾਂਧੀ ਪਹਿਲੀ ਵਾਰ ਆਕਾਸ਼ਵਾਣੀ ਦਿੱਲੀ ਵਿਖੇ ਸੰਬੋਧਨ ਕਰਨ ਗਏ ਸਨ। ਆਕਾਸ਼ਵਾਣੀ ਜਲੰਧਰ ਵੱਲੋਂ 12 ਨਵੰਬਰ 2007 ਵਿੱਚ ਇਸ ਦਿਨ ਨੂੰ ਅਰਨੀਵਾਲਾ ਬਲਾਕ ਦੇ ਪਿੰਡ ਅਲਿਆਣਾ ਵਿੱਚ ਦਿਹਾਤੀ ਪ੍ਰੋਗਰਾਮ ਸ਼ਾਮੀ 6:30 ਤੋਂ 7:30 ਵਜੇ ਤੱਕ ਦਾ ਸਿੱਧਾ ਪ੍ਰਸਾਰਣ ਕਰਕੇ ਮਨਾਇਆ ਗਿਆ ਸੀ। ਮੇਰਾ ਨਾਮ ਕਰਨੈਲ ਸਿੰਘ ਸੁਪੁੱਤਰ ਸਰਦਾਰ ਲਛਮਣ ਸਿੰਘ ਪਿੰਡ ਅਲਿਆਣਾ। ਮੈਂ ਨੌਜਵਾਨ ਕਿਸਾਨ ਕਲੱਬ ਦਾ ਪ੍ਰਧਾਨ ਹਾਂ ਜੀ ਅਤੇ ਮੈਂ ਇਹ ਸਾਰੇ ਗਰੁੱਪ ਦੇ ਨਾਲ ਮਿਲ ਕੇ ਇਸ ਕਿਸਾਨੀ ਦੇ ਜੋ ਗੁਣ ਨੇ ਜਾਂ ਯੂਨੀਵਰਸਿਟੀ ਦੇ ਜੋ ਫਾਇਦੇ ਨੇ ਉਹ ਆਪਣੇ ਗਰੁੱਪ ਦੇ ਨਾਲ ਮਿਲ ਕੇ ਕਰ ਰਿਹਾ। ਸਾਰੇ ਕਿਸਾਨਾਂ ਦਾ ਲਾਭ ਪਹੁੰਚਾ ਰਿਹਾ। ਸੋ ਸਾਥੀਓ, ਮੈਂ 2007 ਦੇ ਵਿੱਚ ਇੱਕ ਬਹੁਤ ਵੱਡਾ ਮਾਣ ਹਾਸਲ ਪ੍ਰਾਪਤ ਕੀਤਾ ਸੀ। ਮੈਂ ਆਪ ਜੀ ਸਭ ਦੇ ਨਾਲ ਸਾਂਝਾ ਕਰਾਂਗਾ। ਉਸ ਤੋਂ ਪਹਿਲਾਂ ਮੈਂ ਜਾਣਕਾਰੀ ਦੇਵਾਂਗਾ ਕਿ ਮੈਂ 2002 ਤੋਂ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਨਾਲ ਅਤੇ ਮੈਂ 1996 ਤੋਂ ਲਗਾਤਾਰ ਰੇਡੀਓ ਆਕਾਸ਼ਵਾਣੀ ਜਲੰਧਰ ਦੇ ਨਾਲ ਜੁੜਿਆ। ਮੈਂ ਬਚਪਨ ਤੋਂ ਹੀ ਰੇਡੀਓ ਸੁਣਦਾ, ਮੈਨੂੰ ਬੜਾ ਚਸਕਾ ਸੀ। ਮੈਂ ਰੇਡੀਓ ਬੜੇ ਸ਼ੌਕ ਨਾਲ ਸੁਣਦਾ। ਅੱਜ ਵੀ ਮੇਰੇ ਕੋਲ ਰੇਡੀਓ ਹੈ, ਮੈਂ ਰੇਡੀਓ ਬਿਨਾਂ ਰਹਿ ਨਹੀਂ ਸਕਦਾ। ਰੇਡੀਓ ਇੱਕ ਅਜਿਹੀ ਚੀਜ਼ ਹੈ ਜਿਹਨੂੰ ਸਰਹੱਦਾਂ ਦੀ ਲੋੜ ਨਹੀਂ, ਆਵਾਜ਼ ਦੀ ਦੁਨੀਆ ਸਾਡੇ ਸਾਰਿਆਂ ਦੇ ਵਿੱਚ ਪ੍ਰਚਲਿਤ ਹੈ ਔਰ ਸਾਡਾ ਰੇਡੀਓ ਦੇਸ਼ਾਂ ਵਿਦੇਸ਼ਾਂ ਵਿੱਚ ਸੁਣਿਆ ਜਾਂਦਾ। ਉਹਨੂੰ ਕੋਈ ਸਰਹੱਦਾਂ ਦੀ ਲੋੜ ਨਹੀਂ। ਇਸ ਪਾਰ ਵੀ ਉਸ ਪਾਰ ਵੀ ਸਾਰੇ ਰੇਡੀਓ ਨਾਲ ਜੁੜੇ ਹੋਏ ਨੇ। ਰੇਡੀਓ ਇੱਕ ਅਜਿਹੀ ਚੀਜ਼ ਹੈ ਕਿ ਜਿਹੜੀ ਸਾਨੂੰ ਰੋਜ਼ ਦੇ ਥੱਕ ਥਕਾਨ ਤੋਂ ਬਾਅਦ ਹੀ ਸਾਨੂੰ ਇੱਕ ਨਵੀਂ ਸਾਡੇ ਵਿੱਚ ਉਤਸ਼ਾਹ ਪੈਦਾ ਵੀ ਕਰਦਾ ਹੈ ਅਤੇ ਸਾਨੂੰ ਜਾਣਕਾਰੀ, ਭਰਪੂਰ ਜਾਣਕਾਰੀ ਦੇ ਨਾਲ ਵੀ ਸਾਨੂੰ ਨਵਾਜਦਾ ਹੈ। ਸੋ ਰੇਡੀਓ ਦੇ ਨਾਲ ਮੈਂ ਜੁੜਿਆ ਅਤੇ ਰੇਡੀਓ ਨੇ ਮੈਨੂੰ ਬਹੁਤ ਉਪਲਬਧੀਆਂ ਦਿੱਤੀਆਂ। ਮੈਂ ਸਤਿਗੁਰ ਦਾ ਅਤੇ ਇਸ ਰੇਡੀਓ ਆਕਾਸ਼ਵਾਣੀ ਜਲੰਧਰ ਦਾ ਮੈਂ ਤਹਿ ਦਿਲੋਂ ਧੰਨਵਾਦ ਹਾਂ। ਰੇਡੀਓ ਆਕਾਸ਼ਵਾਣੀ ਜਲੰਧਰ ਦਿਹਾਤੀ ਪ੍ਰੋਗਰਾਮ ਜਿਹੜਾ ਕਿਸਾਨਾਂ ਦੇ ਨਾਲ ਸੰਬੰਧਿਤ ਰੋਜ਼ਾਨਾ 6:30 ਵਜੇ ਤੋਂ ਲੈ ਕੇ 7:30 ਵਜੇ ਡੇਲੀ ਬ੍ਰੌਡਕਾਸਟਿੰਗ ਹੁੰਦਾ ਹੈ ਔਰ ਇਹ ਲਾਈਵ ਪ੍ਰੋਗਰਾਮ ਹੈ। ਇਹ ਰੇਡੀਓ ਪ੍ਰਸਾਰਣ ਦਾ ਜਿਹੜਾ ਇਹ ਪ੍ਰੋਗਰਾਮ ਹੈ ਔਰ ਇਸ ਪ੍ਰੋਗਰਾਮ ਨੂੰ ਸਾਰਾ ਮੁਲਕ ਸੁਣਦਾ ਹੈ, ਸਾਰੇ ਪੰਜਾਬ ਦੇ ਕਿਸਾਨ ਸੁਣਦੇ ਨੇ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਾਗਬਾਨੀ ਮਹਿਕਮਾ ਅਤੇ ਖੇਤੀਬਾੜੀ ਮਹਿਕਮੇ ਦੇ ਵੱਖ-ਵੱਖ ਇੰਜੀਨੀਅਰ, ਅਧਿਕਾਰੀ, ਡਾਇਰੈਕਟਰ, ਉਹਨਾਂ ਦੇ ਜਿਹੜੇ ਨੇ ਵਿਗਿਆਨੀ ਨੇ, ਉਹ ਫਸਲਾਂ ਦੀ ਵੱਖ-ਵੱਖ ਜਾਣਕਾਰੀ ਦਿੰਦੇ ਨੇ, ਜਿਹੜੇ ਲੋਕ ਸੁਣਦੇ ਨੇ ਅਤੇ ਉਹਨਾਂ ਤੋਂ ਲਾਭ ਪ੍ਰਾਪਤ ਕਰਦੇ। ਇਸੇ ਤਰ੍ਹਾਂ ਮੈਂ ਉਹਨਾਂ ਦੀ ਜਾਣਕਾਰੀਆਂ ਸੁਣ ਕੇ ਉਹਨਾਂ ਦੇ ਗੁਣਾਂ ਨੂੰ ਮੈਂ ਆਪਣੇ ਪੱਲੇ ਬੰਨ੍ਹਦਾ ਸੀ ਅਤੇ ਮੇਰੇ ਤਜਰਬੇ ਸਾਂਝੇ ਕਰਦਾ ਸੀ। ਉਹ ਆਪਦੇ ਖੇਤੀ ਦੇ ਵਿੱਚ ਸਾਰੇ ਤਜਰਬੇ ਸਾਂਝੇ ਕੀਤੇ ਅਤੇ ਮੈਂ ਇਸ ਮੁਕਾਮ 'ਤੇ ਪਹੁੰਚਿਆ। ਮੈਨੂੰ 2 ਵਾਰਾਂ ਸਟੇਟ, 1 ਵਾਰ ਨੈਸ਼ਨਲ ਵਾਰ ਪ੍ਰਾਈਮ ਮਿਨਿਸਟਰ ਜੀ ਤੋਂ ਮਿਲਿਆ। ਸੋ ਮੈਂ ਰੇਡੀਓ ਦਾ ਆਕਾਸ਼ਵਾਣੀ ਜਲੰਧਰ ਦਾ ਬਹੁਤ ਧੰਨਵਾਦ ਹੈ। ਸਾਨੂੰ ਮਾਣ ਮਹਿਸੂਸ ਹੈ ਕਿ ਅਸੀਂ ਪਹਿਲੀ ਵਾਰ 12 ਨਵੰਬਰ 2007 ਵਾਲੇ ਦਿਨ ਮੈਂ ਆਪਣੇ ਪਿੰਡ ਤੋਂ ਇੱਕ ਕਿਸਾਨ ਮੇਲਾ ਲਾਇਆ ਸੀ, ਜਿਹਦੇ ਵਿੱਚ ਯੂਨੀਵਰਸਿਟੀ ਸਾਰੀ ਮੌਜੂਦ ਸੀ, ਵਾਈਸ ਚਾਂਸਲਰ ਮੌਜੂਦ ਸੀ, ਆਕਾਸ਼ਵਾਣੀ ਜਲੰਧਰ ਦੀ ਸਾਰੀ ਟੀਮ ਇੱਥੇ ਹਾਜ਼ਰ ਸੀ ਔਰ ਉਹਨਾਂ ਨੇ ਟੈਲੀਫੋਨਾਂ ਦੇ ਲਾਈਨਾਂ ਬੁੱਕ ਕਰਵਾ ਕੇ ਮੇਰੇ ਪਿੰਡ ਤੋਂ ਪਹਿਲੀ ਵਾਰੀ 12 ਨਵੰਬਰ ਵਾਲੇ ਦਿਨ ਉਹਨਾਂ ਨੇ ਰੇਡੀਓ ਦਾ ਦਿਹਾਤੀ ਪ੍ਰੋਗਰਾਮ ਇੱਥੋਂ ਲਾਈਵ ਕੀਤਾ ਸੀ। ਸਿੱਧਾ ਪ੍ਰਸਾਰਣ ਸੀ, ਜਿਹਨੂੰ ਦੇਖਣ ਵਾਸਤੇ ਹਰਿਆਣੇ ਅਤੇ ਰਾਜਸਥਾਨ ਤੋਂ ਲੋਕ ਸੁਣ ਕੇ ਰੇਡੀਓ ਇੱਥੇ ਆਏ ਸੀ ਔਰ ਅਸੀਂ ਉਸ ਦਿਨ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ ਇੱਥੋਂ ਲਾਈਵ ਕੀਤਾ ਸੀ। ਮੁਹਤਰਮਾ ਸਾਡੇ ਵਿੱਚ ਉਸ ਦਿਨ ਹਾਜ਼ਰ ਸਨ ਗੁਰਮੀਤ ਕੌਰ ਬਾਵਾ ਜੀ ਔਰ ਉਹਨਾਂ ਨੇ ਇਸ ਰੇਡੀਓ ਵਿੱਚ ਲਾਈਵ ਕੀਤਾ ਸੀ। ਡਾਕਟਰ ਜਸਵਿੰਦਰ ਬੱਲਾ ਵੀ ਹਾਜ਼ਰ ਸਨ। ਆਕਾਸ਼ਵਾਣੀ ਜਲੰਧਰ ਦੇ ਦਿਹਾਤੀ ਪ੍ਰੋਗਰਾਮ ਪੇਸ਼ ਕਰਨ ਵਾਲੇ ਮਿੱਠਾ ਸਿੰਘ ਰੋਲੀਆ ਰਾਮ ਮਾਸਟਰ ਜੀ ਨੰਬਰਦਾਰ ਅਤੇ ਗੁਰਵਿੰਦਰ ਜੀ ਹਾਜ਼ਰ ਸਨ। ਔਰ ਮੈਂ ਇੱਕ ਹੋਰ ਖੁਸ਼ੀ ਦੀ ਗੱਲ ਦੱਸਣਾ ਚਾਹਾਂਗਾ ਕਿ ਉਸ ਦਿਨ ਸਾਡੇ ਇਸ SD ਸਾਹਿਬ ਜਿਹੜੇ ਸਟੇਸ਼ਨ ਡਾਇਰੈਕਟਰ ਸੀ ਸ਼੍ਰੀ ਧਰਮਪਾਲ ਮਲਕ ਸਾਹਿਬ ਜੀ, ਉਹ ਮੌਜੂਦ ਹਾਜ਼ਰ ਸਨ। ਉਹਨਾਂ ਨੇ ਬੜੀ ਖੁਸ਼ੀ ਪ੍ਰਗਟ ਕੀਤੀ ਕਿ ਇੱਕ ਪਿੰਡ ਦੇ ਵਿੱਚ ਅਸੀਂ ਪਹਿਲੀ ਵਾਰੀ ਅੱਜ ਲਾਈਵ ਕਰਨ ਜਾ ਰਹੇ ਹਾਂ ਅਤੇ ਪਿੰਡਾਂ ਦੇ ਵਿੱਚ ਰੇਡੀਓ ਵਾਕਿਆ ਹੀ ਪਿੰਡਾਂ ਦਾ ਇੱਕ ਪ੍ਰਧਾਨ ਹੈ ਰੇਡੀਓ। ਅੱਜ ਵੀ ਰੇਡੀਓ ਸੁਣਨ ਵਾਲੇ ਲੋਕ ਸਾਨੂੰ ਮਿਲਣਗੇ ਅਤੇ ਪਿੰਡਾਂ ਦੇ ਵਿੱਚ ਮਿਲਣਗੇ। ਸੋ ਉਸ ਵੇਲੇ ਪਿੰਡ ਦੇ ਵਿੱਚ ਰੇਡੀਓ ਦਾ ਲਾਈਵ ਹੋਣ ਦਾ ਜਿਹੜਾ ਮਾਣ ਸਾਨੂੰ ਵੀ ਹੱਕ ਮਿਲਿਆ ਹੋਇਆ, ਅਸੀਂ ਮਾਣ ਮਹਿਸੂਸ ਕਰਦੇ ਹਾਂ ਅਤੇ ਜਲੰਧਰ ਵੀ ਇਸ ਗੱਲ ਦਾ ਮਾਣ ਮਹਿਸੂਸ ਕਰਦਾ। 12 ਨਵੰਬਰ ਇਹ ਜਿਹੜਾ ਸਾਡਾ ਹੁਣ ਮਹੀਨਾ ਚੱਲ ਰਿਹਾ ਨਵੰਬਰ ਦਾ, ਇਹ ਬਹੁਤ ਖੂਬਸੂਰਤ ਮਹੀਨਾ ਹੈ। 12 ਵਾਲਾ ਦਿਨ ਜਿਹੜਾ 12 ਨਵੰਬਰ ਦਾ ਇੱਕ ਬੜਾ ਖੂਬਸੂਰਤ ਦਿਨ ਸੀ, ਬੜਾ ਭਾਗਾਂ ਵਾਲਾ ਦਿਨ ਸੀ ਕਿ ਅਸੀਂ ਉਸ ਦਿਨ ਰੇਡੀਓ 'ਤੇ ਆਕਾਸ਼ਵਾਣੀ ਦਾ ਦਿਹਾਤੀ ਪ੍ਰੋਗਰਾਮ ਵੀ ਲਾਈਵ ਕਰ ਰਹੇ ਸੀ ਅਤੇ ਸਾਨੂੰ ਮਾਣ ਮਹਿਸੂਸ ਹੈ ਕਿ ਉਸ ਦਿਨ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਰੇਡੀਓ 'ਤੇ ਬ੍ਰੌਡਕਾਸਟਿੰਗ ਵਾਲੇ ਦਿਨ ਪਹਿਲੀ ਵਾਰ ਅਤੇ ਆਖਰੀ ਵਾਰ ਦੇ ਨੂੰ 12 ਨਵੰਬਰ ਵਾਲੇ ਦਿਨ ਆਕਾਸ਼ਵਾਣੀ 'ਤੇ ਬੋਲੇ ਸੀ ਔਰ ਉਸ ਆਕਾਸ਼ਵਾਣੀ ਦਾ ਹੀ ਪ੍ਰੋਗਰਾਮ ਸੀ ਦਿਹਾਤੀ ਪ੍ਰੋਗਰਾਮ ਜਿਹੜਾ ਸਾਡਾ ਲਾਈਵ ਚੱਲ ਰਿਹਾ ਸੀ ਔਰ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਸੀ, ਅਸੀਂ ਉਹਨਾਂ ਦਾ ਦਿਨ ਮਨਾ ਰਹੇ ਸੀ। ਸੋ ਇਹ ਜਿਹੜਾ ਰੇਡੀਓ ਹੈ ਕਿਸਾਨ ਵੀਰੋ,
ਮੇਰੇ ਦੋਸਤੋ ਇਸ ਨੂੰ ਤੁਸੀਂ ਜ਼ਰੂਰ ਸੁਣਿਆ ਕਰੋ। ਆਪਣਾ ਇੱਕ ਰੇਡੀਓ ਲੈ ਕੇ ਰੱਖੋ। ਰੇਡੀਓ ਇੱਕ ਜਿੱਥੇ ਸਾਨੂੰ ਖੂਬਸੂਰਤੀ ਨਾਲ ਜੋੜਦਾ ਹੈ, ਸਾਨੂੰ ਮਨੋਰੰਜਨ ਨਾਲ ਵੀ ਜੋੜਦਾ ਹੈ, ਸਾਨੂੰ ਨਿਊਜ਼ ਨਾਲ ਵੀ ਜੋੜਦਾ ਹੈ, ਸਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਨਾਲ ਵੀ ਜੋੜਦਾ ਹੈ। ਇੱਥੋਂ ਤੱਕ ਕਿ ਸਾਨੂੰ ਹਰ ਤਰ੍ਹਾਂ ਦੇ ਵਿਗਿਆਨੀ ਨਾਲ ਵੀ ਜੋੜਦਾ, ਬਾਗਬਾਨੀ ਮਹਿਕਮਾ, ਚਾਹੇ ਖੇਤੀਬਾੜੀ, ਚਾਹੇ ਯੂਨੀਵਰਸਿਟੀ ਹੋਵੇ, ਔਰ ਸਾਨੂੰ ਹੋਰ ਵੀ ਕਈ ਕੰਮਾਂ ਦੇ ਨਾਲ ਉਹ ਸਾਨੂੰ ਜੋੜਦਾ ਹੈ, ਜਿੱਥੋਂ ਸਾਨੂੰ ਜਾਣਕਾਰੀ ਮਿਲਦੀ ਹੈ, ਜਿੱਥੋਂ ਸਾਨੂੰ ਜਿਹੜਾ ਹਰ ਕੁਝ ਨਵੇਂ ਦਾ ਨਵਾਂ ਰੋਜ਼ ਸਿੱਖਣ ਨੂੰ ਮਿਲਦਾ। ਸੋ ਦੋਸਤੋ, ਰੇਡੀਓ ਇੱਕ ਬਹੁਤ ਵਧੀਆ ਚੀਜ਼ ਹੈ ਜਿਹਦੇ ਨੂੰ ਸਾਨੂੰ ਕੋਈ ਕਨੈਕਸ਼ਨ ਦੀ ਲੋੜ ਨਹੀਂ, ਕੋਈ ਸਾਨੂੰ ਇੱਧਰ ਦੀ ਲਾਈਟ ਦੀ ਲੋੜ ਨਹੀਂ। ਇੱਕ ਛੋਟਾ ਜਿਹਾ ਰੇਡੀਓ, ਭਾਵੇਂ ਕੰਮ ਕਰੋ, ਭਾਵੇਂ ਖੇਤ ਜਾਓ, ਭਾਵੇਂ ਤੁਸੀਂ ਸੈਰ ਕਰੋ, ਇੱਕ ਰੇਡੀਓ। ਅੱਜ ਕੱਲ੍ਹ ਰੇਡੀਓ ਆਕਾਸ਼ਵਾਣੀ ਦੇ ਇੱਕ ਰੇਡੀਓ ਮੋਬਾਈਲ ਤੇ ਐਪ ਵੀ ਚੱਲ ਗਿਆ, ਬਹੁਤ ਵਧੀਆ। ਇਹ ਇੱਕ ਹੋਰ ਬੜਾ ਮਨੋਰੰਜਨ ਦਾ ਸਾਧਨ ਸਾਡੇ ਤੱਕ ਪਹੁੰਚਿਆ ਕਿ ਸਾਡੀ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ ਕਿ ਅਸੀਂ ਰੇਡੀਓ ਇੰਨਾ ਵੱਡਾ ਸੈੱਟ ਲੈ ਕੇ ਜਾਣ ਦੀ ਬਜਾਏ ਇੱਕ ਛੋਟਾ ਮੋਬਾਈਲ ਦੇ ਵਿੱਚ ਵੀ ਅਸੀਂ ਇੱਕ ਰੇਡੀਓ ਸੈੱਟ ਤੋਂ ਰੇਡੀਓ ਦਾ ਪ੍ਰੋਗਰਾਮ ਸਰਵਣ ਕਰ ਸਕਦੇ ਹਾਂ। ਸੱਚਮੁੱਚ ਰੇਡੀਓ ਸਾਨੂੰ ਸਾਡੇ ਅਧਿਆਪਕਾਂ ਵਾਂਗੂ ਹੀ ਲੱਗਦਾ ਹੈ। ਰੇਡੀਓ ਪ੍ਰੋਗਰਾਮ ਸੁਣੋ ਸੁਣਾਵੋ ਬੱਚਿਆਂ ਲਈ ਬਹੁਤ ਹਰਮਨ ਪਿਆਰਾ ਰਿਹਾ ਹੈ, ਜੋ ਸਾਡੇ ਵੱਖ-ਵੱਖ ਵਿਸ਼ਿਆਂ ਨੂੰ ਨਾਟਕੀ ਰੂਪਾਂ ਵਿੱਚ ਪੇਸ਼ ਕਰਦਾ ਹੈ। ਮਨੋਰੰਜਨ ਦੇ ਨਾਲ-ਨਾਲ ਸਿੱਖਿਆ ਦੇ ਸਾਧਨ ਵਜੋਂ ਰੇਡੀਓ ਸਾਡਾ ਸੱਚਾ ਤੇ ਸਸਤਾ ਮਿੱਤਰ ਰਿਹਾ ਹੈ। ਸੋ ਲੋਕ ਸੇਵਾ ਪ੍ਰਸਾਰਣ ਦਿਵਸ ਤੇ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ। ਮੈਂ ਅੰਮ੍ਰਿਤਪਾਲ ਸਿੰਘ, SS ਮਾਸਟਰ, ਸਰਕਾਰੀ ਮਿਡਲ ਸਕੂਲ ਚੌਰਵਾਲਾ। ਦੋਸਤੋ, ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਰੇਡੀਓ ਨੇ ਭਾਰਤ ਦੇ ਵਿਕਾਸ ਦੇ ਵਿੱਚ ਅਹਿਮ ਯੋਗਦਾਨ ਦਿੱਤਾ ਹੈ। ਜਨ ਸਮੂਹ ਦਾ ਨੁਮਾਇੰਦਾ ਬਣ ਕੇ ਰੇਡੀਓ ਸਮਾਜ ਦੀਆਂ ਬਾਕੀ ਜ਼ਿੰਮੇਵਾਰੀਆਂ ਨੂੰ ਜਿੱਥੇ ਨਿਭਾ ਰਿਹਾ ਹੈ, ਉਸ ਦੇ ਨਾਲ ਦੇ ਨਾਲ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਅਹਿਮ ਯੋਗਦਾਨ ਦੇ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਰੇਡੀਓ ਪ੍ਰੋਗਰਾਮ ਸੁਣੋ ਸੁਣਾਵਾਂ ਪ੍ਰੋਗਰਾਮ ਦੇ ਤਹਿਤ ਪੰਜਾਬੀ ਭਾਸ਼ਾ, ਹਿੰਦੀ ਤੇ ਬਾਕੀ ਵਿਸ਼ਿਆਂ ਨਾਲ ਸੰਬੰਧਿਤ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਰੇਡੀਓ ਤੋਂ ਪ੍ਰਸਾਰਿਤ ਕੀਤੇ ਗਏ, ਜਿਨ੍ਹਾਂ ਨੇ ਸਕੂਲੀ ਬੱਚਿਆਂ ਦੇ ਸੁਣਨ ਕੁਸ਼ਲਤਾ ਵਿੱਚ ਬਹੁਤ ਯੋਗਦਾਨ ਦਿੱਤਾ ਹੈ। ਉਹਨਾਂ ਦੀਆਂ ਕਲਪਨਾ ਦੀਆਂ ਉਡਾਰੀਆਂ ਨੂੰ ਹੋਰ ਜਗਾਇਆ ਹੈ। ਤੇ ਅੱਜ ਲੋਕ ਸੇਵਾ ਪ੍ਰਸਾਰਣ ਦਿਵਸ ਦੇ ਮੌਕੇ 'ਤੇ ਅਸੀਂ ਉਮੀਦ ਕਰਦੇ ਹਾਂ ਤੇ ਆਸ ਵੀ ਕਰਦੇ ਹਾਂ ਕਿ ਪ੍ਰਸਾਰ ਭਾਰਤੀ ਵੱਲੋਂ ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਕੀਤੇ ਜਾਣਗੇ, ਜਿਸ ਦੇ ਨਾਲ ਸਕੂਲੀ ਸਿੱਖਿਆ ਨੂੰ ਅਸੀਂ ਨਾਟਕੀ ਰੂਪ ਦੇ ਵਿੱਚ ਰੇਡੀਓ ਤੱਕ ਲੈ ਕੇ ਜਾਈਏ, ਤਾਂ ਕਿ ਬੱਚਿਆਂ ਦੇ ਵਿੱਚ ਸੁਣਨ ਸਕਿੱਲ ਤੇ ਬੱਚਿਆਂ ਦੀ ਜਿਹੜੀ ਕਲਪਨਾ ਦੀ ਸ਼ਕਤੀ ਹੈਗੀ ਹੈ, ਜਾਂ ਉਹਨਾਂ ਦੇ ਸੋਚਣ ਦੇ ਢੰਗ ਨੇ, ਸਿਰਜਣਾਤਮਕ ਉਹਨਾਂ ਦੀਆਂ ਪ੍ਰਵਿਰਤੀਆਂ ਨੇ, ਉਹਨਾਂ ਨੂੰ ਹੋਰ ਹੁਲਾਰਾ ਮਿਲ ਸਕੇ। ਧੰਨਵਾਦ। ਲੋਕ ਪ੍ਰਸਾਰਣ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਲੋਕ ਪ੍ਰਸਾਰਣ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਕੋਈ ਵੀ ਮੀਡੀਆ, ਚਾਹੇ ਉਹ ਰੇਡੀਓ ਹੋਵੇ, ਚਾਹੇ ਦੂਰਦਰਸ਼ਨ ਹੋਵੇ, ਉਹ ਲੋਕਾਂ ਵਾਸਤੇ ਕੰਮ ਕਰਦਾ ਹੈ। ਭਾਵ ਕਿ ਸਰਕਾਰ ਦੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਂਦਾ ਹੈ ਤੇ ਲੋਕਾਂ ਦੀਆਂ ਦੁੱਖ ਤਕਲੀਫਾਂ, ਸਮੱਸਿਆਵਾਂ, ਮੰਗਾਂ, ਲੋੜਾਂ ਉਹ ਸਰਕਾਰ ਤੱਕ ਪਹੁੰਚਾਉਂਦਾ ਹੈ। ਤੇ ਇਹ ਸਾਡੇ ਦੇਸ਼ ਦੇ ਵਿੱਚ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਇਸ ਦਾ ਰੋਲ ਅਦਾ ਕਰਦੇ ਆ, ਜਿਹੜੇ ਕਿ ਹੁਣ ਪ੍ਰਸਾਰ ਭਾਰਤੀ ਦੇ ਅੰਡਰ ਦੋਨੋਂ ਕੰਮ ਕਰਦੇ ਆ। ਜਿਹੜਾ 12 ਨਵੰਬਰ ਦਾ ਦਿਨ ਹੈ ਲੋਕ ਪ੍ਰਸਾਰਕ ਤੌਰ ਤੇ ਮਨਾਇਆ ਜਾਂਦਾ ਭਾਰਤ ਦੇ ਵਿੱਚ ਪ੍ਰਸਾਰ ਭਾਰਤੀ ਵੱਲੋਂ, ਇਹ ਉਹ ਦਿਨ ਹੈ ਜਦੋਂ 1947 ਦੇ ਵਿੱਚ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ, ਹਿੰਦੁਸਤਾਨ ਦੇ ਵਿੱਚੋਂ ਭਾਰਤ ਬਣਿਆ ਤੇ ਪਾਕਿਸਤਾਨ ਬਣਿਆ, ਤਾਂ ਉਸ ਵਕਤ ਬਹੁਤ ਵੱਡੀ ਪੱਧਰ ਤੇ ਆਬਾਦੀ ਦੀ ਤਬਦੀਲੀ ਹੋਈ ਸੀ। ਕੈਂਪ ਲੱਗੇ ਸੀ ਥਾਂ ਥਾਂ ਦੇ ਉੱਤੇ। ਕੁਰੂਕਸ਼ੇਤਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸ਼ਰਨਾਰਥੀ ਆ ਕੇ ਠਹਿਰੇ ਸੀਗੇ। ਤਾਂ 12 ਨਵੰਬਰ ਨੂੰ ਪਹਿਲੀ ਵਾਰ ਤੇ ਆਖਰੀ ਵਾਰ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਆਲ ਇੰਡੀਆ ਰੇਡੀਓ ਦਿੱਲੀ ਵਿਖੇ ਉਹਨਾਂ ਸ਼ਰਨਾਰਥੀਆਂ ਨੂੰ ਲਾਈਵ ਸੰਬੋਧਨ ਕਰਨ ਵਾਸਤੇ ਆਏ ਸੀਗੇ। ਤੇ ਉਸ ਦਿਨ ਨੂੰ ਲੋਕ ਪ੍ਰਸਾਰਕ ਦੇ ਤੌਰ ਦੇ ਉੱਤੇ ਪ੍ਰਸਾਰ ਭਾਰਤੀ ਨੇ ਮਨਾਉਣਾ ਸ਼ੁਰੂ ਕੀਤਾ। ਮੈਨੂੰ ਯਾਦ ਹੈ ਕਿ ਉੱਥੇ ਜਦੋਂ ਤੁਸੀਂ ਜਾਓ ਆਲ ਇੰਡੀਆ ਰੇਡੀਓ ਦਿੱਲੀ, ਤਾਂ ਉੱਥੇ ਬਾਹਰ ਇੱਕ ਪਲੇਟ ਲੱਗੀ ਹੋਈ ਹੈ, ਕਿਉਂਕਿ ਗਾਂਧੀ ਜੀ ਨੇ ਜਦੋਂ ਉੱਥੇ ਆਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈ ਇੱਕ ਵੱਡੀ ਸ਼ਕਤੀ ਆਲ ਇੰਡੀਆ ਰੇਡੀਓ ਦੇ ਵਿੱਚ ਵੇਖਦਾ, ਕਿਉਂਕਿ ਕਮਿਊਨੀਕੇਸ਼ਨ ਇੱਕ ਬਹੁਤ ਵੱਡਾ ਸਾਧਨ ਹੈ ਲੋਕਾਂ ਤੱਕ ਪਹੁੰਚਣ ਦਾ। ਪਰ ਅੱਜ ਇੰਨੇ ਸਾਲਾਂ ਬਾਅਦ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਦੀ ਸਥਿਤੀ ਜਿਹੜੀ ਇਹ ਹੋ ਗਈ ਆ ਕਿ ਇਸ ਵਕਤ ਉਹ ਸਿਰਫ ਤੇ ਸਿਰਫ ਸਰਕਾਰੀ ਮਾਧਿਅਮ ਬਣ ਕੇ ਰਹਿ ਚੁੱਕਿਆ ਹੋਇਆ। ਲੋਕਾਂ ਦੀ ਗੱਲ ਨਹੀਂ ਕਰਦੇ। ਜਿਵੇਂ ਨੋਟਬੰਦੀ ਹੋਈ ਤਾਂ ਸਿਰਫ ਸਰਕਾਰ ਦੀ ਗੱਲ ਕੀਤੀ, ਲੋਕਾਂ ਦੀਆਂ ਸਮੱਸਿਆਵਾਂ ਨਹੀਂ ਪਹੁੰਚਾਈਆਂ। ਇਸੇ ਤਰ੍ਹਾਂ ਜਿਹੜਾ ਆ ਤਾਲਾਬੰਦੀ ਹੋਈ
ਉਹਦੇ ਵਿੱਚ ਪਤਾ ਲੱਗਿਆ, ਤੁਸੀਂ ਦੇਖਿਆ ਕਿ ਕਿੰਨੇ ਵੱਡੇ ਪੱਧਰ ਦੇ ਉੱਤੇ ਮਜ਼ਦੂਰ ਘਰਾਂ ਨੂੰ ਗਏ, ਰੇਡੀਓ ਨੇ ਗੱਲ ਨਹੀਂ ਕੀਤੀ। ਕਿਸਾਨੀ ਅੰਦੋਲਨ ਦੀ ਗੱਲ ਰੇਡੀਓ ਤੇ ਦੂਰਦਰਸ਼ਨ ਚੁੱਪ ਚਪੀਤੇ ਕਰਦਾ ਹੈ, ਕਦੇ ਵੀ ਸਰਕਾਰ ਦੇ ਖਿਲਾਫ ਨਹੀਂ ਗੱਲ ਕਰਦਾ। ਇਹ ਲੋਕ ਪ੍ਰਸਾਰਕ ਦਾ ਜਿਹੜਾ ਉਹ ਕੰਮ ਨਹੀਂ ਹੁੰਦਾ। ਲੋਕ ਪ੍ਰਸਾਰਕ ਦਾ ਕੰਮ ਇਹ ਹੁੰਦਾ ਹੈ ਕਿ ਉਹ ਲੋਕਾਂ ਦੀ ਗੱਲ ਸਰਕਾਰ ਤੱਕ ਪੂਰੀ ਤਰ੍ਹਾਂ ਜ਼ਮੀਰ ਦੀ ਖੁੱਲ੍ਹੀ ਉਸ ਦੇ ਨਾਲ ਖੁੱਲ੍ਹੀ ਅੱਖ ਨਾਲ ਪਹੁੰਚਾਵੇ ਤੇ ਸਰਕਾਰ ਦੀ ਗੱਲ ਲੋਕਾਂ ਤੱਕ ਪਹੁੰਚਾਵੇ, ਤੇ ਦੋਵੇਂ ਜਿੱਥੇ ਗਲਤ ਹੋਣ ਉੱਥੇ ਉਂਗਲੀ ਵੀ ਉਠਾਵੇ। ਸੋ ਇਸ ਦਿਨ ਦੇ ਉੱਤੇ ਇੱਕ ਲੋਕ ਪ੍ਰਸਾਰਕ ਦੀ ਗੱਲ ਕਰਦਿਆਂ ਸਾਨੂੰ ਖੁਸ਼ੀ ਤਾਂ ਹੈਗੀ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਇਸ ਵਕਤ ਪ੍ਰਸਾਰ ਭਾਰਤੀ ਉਹ ਰੋਲ ਅਦਾ ਨਹੀਂ ਕਰ ਰਹੀ ਜਿਹੜੀ ਇੱਕ ਰੋਲ ਅਦਾ ਕਰਨਾ ਚਾਹੀਦਾ। ਜਿਵੇਂ ਕਿ BBC ਸਭ ਤੋਂ ਵੱਡਾ ਮਾਡਲ ਹੈ ਦੁਨੀਆ ਦੇ ਵਿੱਚ ਪਬਲਿਕ ਸਰਵਿਸ ਬ੍ਰੌਡਕਾਸਟਿੰਗ ਮੁੱਖ ਤੌਰ ਤੇ ਦੋ ਤਰ੍ਹਾਂ ਦੀ ਮੰਨੀ ਜਾਂਦੀ ਹੈ, ਕਮਰਸ਼ੀਅਲ ਬ੍ਰੌਡਕਾਸਟਿੰਗ ਤੇ ਪਬਲਿਕ ਬ੍ਰੌਡਕਾਸਟਿੰਗ। ਕਮਰਸ਼ੀਅਲ ਬ੍ਰੌਡਕਾਸਟਿੰਗ ਉਹ ਹੈ ਜਿਹਦੇ ਵਿੱਚ ਮੁੱਖ ਜਿਹੜਾ ਉਦੇਸ਼ ਹੈ ਉਹ ਪੈਸਾ ਕਮਾਉਣਾ ਹੈ, ਮਨੋਰੰਜਨ ਕਰਨਾ ਹੈ, ਬਹੁਤ ਹਲਕੇ ਪੱਧਰ ਦੇ ਪ੍ਰੋਗਰਾਮ ਬਣਾਉਣੇ ਆ, ਲੋਕਾਂ ਦੇ ਸੋਚ ਸਵਾਦ ਨਾਲ ਖਿਲਵਾੜ ਭਾਵੇਂ ਕਰਨਾ ਪੈ ਜਾਏ। ਲੇਕਿਨ ਇਸ ਦੇ ਉਲਟ ਜਿਹੜੀ ਕਮਰਸ਼ੀਅਲ ਪਬਲਿਕ ਬ੍ਰੌਡਕਾਸਟਿੰਗ ਹੈ ਉਹਦਾ ਮੁੱਖ ਉਦੇਸ਼ ਜਿਹੜਾ ਉਹ ਲੋਕ ਹਿੱਤਾਂ ਦੀ ਰਾਖੀ ਕਰਨਾ ਹੈ, ਇਹ ਪਹਿਚਾਨਣਾ ਕਿ ਲੋਕਾਂ ਦੀਆਂ ਜ਼ਰੂਰਤਾਂ ਕੀ ਨੇ ਔਰ ਉਹਨਾਂ ਦੇ ਅਨੁਸਾਰ ਪ੍ਰੋਗਰਾਮ ਦੇਣੇ, ਔਰ ਸਾਹਿਤ ਉੱਪਰ, ਕਲਾ ਉੱਪਰ, ਇਮਾਰਤਸਾਜ਼ੀ ਉੱਪਰ, ਵਿਗਿਆਨ ਉੱਪਰ ਅੱਛੇ ਪ੍ਰੋਗਰਾਮ ਜਿਹੜੇ ਲੋਕਾਂ ਨੂੰ ਦਿਖਾਉਣੇ ਤਾਂ ਕਿ ਉਹਨਾਂ ਦਾ ਦਿਮਾਗੀ ਪੱਧਰ, ਉਹਨਾਂ ਦਾ ਮਾਨਸਿਕ ਪੱਧਰ ਜਿਹੜਾ ਉਹ ਉੱਪਰ ਜਾ ਸਕੇ ਤੇ ਲੋਕ ਉਸ ਤੋਂ ਬਹੁਤ ਕੁਝ ਸਿੱਖ ਸਕਣ। ਅਸੀਂ ਮੁੱਖ ਤੌਰ ਤੇ ਜਿਹੜਾ ਪਬਲਿਕ ਬ੍ਰੌਡਕਾਸਟਿੰਗ ਡੇ ਮਨਾਉਂਦੇ ਹਾਂ, ਇਹ ਮਹਾਤਮਾ ਗਾਂਧੀ ਨੂੰ ਯਾਦ ਕਰਨ ਲਈ ਮਨਾਉਂਦੇ ਹਾਂ, ਕਿਉਂਕਿ ਇੱਕੋ 12 ਨਵੰਬਰ ਦੇ ਦਿਨ ਉਹਨਾਂ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ। ਮੁਲਕ ਵਿੱਚ ਦੰਗਿਆਂ ਨੂੰ, ਭੜਕੇ ਹੋਏ ਦੰਗਿਆਂ ਨੂੰ ਸ਼ਾਂਤ ਕਰਨ ਲਈ ਉਹਨਾਂ ਨੇ ਬੜੀ ਭਾਵੁਕ ਅਪੀਲ ਕੀਤੀ ਸੀ ਔਰ ਉਸ ਦਾ ਅਸਰ ਵੀ ਬੜਾ ਹੋਇਆ ਸੀ। ਸੋ ਅਸੀਂ ਮੁੱਖ ਤੌਰ ਤੇ ਜਿਹੜਾ ਪਬਲਿਕ ਬ੍ਰੌਡਕਾਸਟਿੰਗ ਦਾ ਸਿਸਟਮ ਕਹਿ ਲਓ ਜਾਂ ਪ੍ਰਬੰਧ ਕਹਿ ਲਓ ਜਾਂ ਕਨਸੈਪਟ ਕਹਿ ਲਓ, ਉਹ ਅੰਗਰੇਜ਼ਾਂ ਤੋਂ ਹੀ ਲਿਆ। ਜਦੋਂ BBC 1920 ਦੇ ਆਸ-ਪਾਸ ਸ਼ੁਰੂ ਕੀਤੀ ਗਈ ਤੇ ਉਸ ਵੇਲੇ ਉਹ ਕੰਪਨੀਆਂ ਨੇ ਰਲ ਕੇ ਸ਼ੁਰੂ ਕੀਤੀ ਸੀ ਔਰ ਇਹ BBC ਦੀ ਉਦੋਂ ਫੁੱਲ ਫਾਰਮ ਜਿਹੜੀ ਸੀ ਪਬਲਿਕ ਬ੍ਰੌਡਕਾਸਟਿੰਗ ਕੰਪਨੀ ਸੀ। ਲੇਕਿਨ 2 ਸਾਲਾਂ ਵਿੱਚ ਹੀ ਅੰਗਰੇਜ਼ੀ ਸਰਕਾਰ ਨੇ ਮਹਿਸੂਸ ਕਰ ਲਿਆ ਕਿ ਉੱਥੇ ਬ੍ਰਿਟਿਸ਼ ਸਰਕਾਰ ਨੇ ਕਿ ਬ੍ਰੌਡਕਾਸਟਿੰਗ ਇੱਕ ਇਹੋ ਜਿਹਾ ਸਾਧਨ ਹੈ ਜਿਹੜਾ ਬਹੁਤ ਲੋਕਾਂ ਨੂੰ ਅਪੀਲ ਕਰਦਾ ਹੈ ਔਰ ਜਿਹੜਾ ਬਹੁਤ ਵੱਡਾ ਪ੍ਰਭਾਵ ਸਮਾਜ 'ਤੇ ਆਉਂਦੇ ਸਮੇਂ 'ਚ ਹੋਏਗਾ। ਸੋ ਉਹਨਾਂ ਨੇ ਉਸ ਨੂੰ ਕਮਰਸ਼ੀਅਲ ਨਾਂ ਰੱਖ ਕੇ ਪਬਲਿਕ ਬ੍ਰੌਡਕਾਸਟਿੰਗ ਕਰਨ ਦਾ ਫੈਸਲਾ ਲਿਆ, ਬਣਾਉਣ ਦਾ ਫੈਸਲਾ ਲਿਆ ਔਰ ਫਿਰ ਜਿਹੜੀ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਹੈ 1922 ਦੇ ਆਸ-ਪਾਸ ਉਹ ਹੋਂਦ ਵਿੱਚ ਆ ਗਈ। ਸੋ ਅਸੀਂ ਕਨਸੈਪਟ ਪੱਧਰ 'ਤੇ ਅਸੀਂ ਉਹੀ ਉਹਨਾਂ ਤੋਂ ਲਿਆ ਬੋਰੋ ਕੀਤਾ, ਲੇਕਿਨ ਪ੍ਰੈਕਟੀਕਲੀ ਅਸੀਂ ਉਸ ਤਰ੍ਹਾਂ ਦੀ ਢਾਂਚਾ ਉਸਾਰਨ ਵਿੱਚ ਕਾਮਯਾਬ ਨਹੀਂ ਰਹੇ ਕਿਉਂਕਿ ਸਾਡੀ ਬ੍ਰੌਡਕਾਸਟਿੰਗ ਸਿਆਸਤਦਾਨਾਂ ਅਤੇ ਬਿਊਰੋਕਰੈਟਸ ਦੇ ਹਿੱਸੇ ਚੜ੍ਹ ਗਈ। ਮੈਂ ਸਿਰਫ ਇੱਕ ਗੱਲ ਕਹਿ ਕੇ ਆਪਣੀ ਗੱਲ ਮੁਕੰਮਲ ਕਰਾਂਗਾ ਕਿ ਇੱਥੋਂ ਤੱਕ ਕਰਤਾਰ ਸਿੰਘ ਦੁੱਗਲ ਪੰਜਾਬੀ ਦੇ ਬਹੁਤ ਵੱਡੇ ਲੇਖਕ ਜਿਨ੍ਹਾਂ ਨੇ ਰੇਡੀਓ 'ਚ ਕੰਮ ਕੀਤਾ, ਲਾਹੌਰ ਵਿੱਚ ਵੀ, ਦਿੱਲੀ ਵਿੱਚ ਵੀ, ਹੈਦਰਾਬਾਦ ਵਿੱਚ ਵੀ, ਉਹ ਇੱਥੋਂ ਕਹਿਣ ਤੱਕ ਚਲੇ ਗਿਆ ਆਪਣੀ ਕਿਤਾਬ ਦੇ ਵਿੱਚ ਕਿ ਇੰਡੀਅਨ ਬ੍ਰੌਡਕਾਸਟਿੰਗ ਲੋਸਟ ਇਟਸ ਫਰੀडम ਵੈਨ ਫਰੀडम ਕੇਮ। ਉਹਨਾਂ ਦਾ ਕਹਿਣਾ ਸੀ ਅੰਗਰੇਜ਼ਾਂ ਵੇਲੇ ਜਿਹੜੀ ਬ੍ਰੌਡਕਾਸਟਿੰਗ ਹੈ ਸਾਡੀ ਉਹ ਜ਼ਿਆਦਾ ਆਜ਼ਾਦ ਸੀ। ਸੋ ਭਾਵੇਂ ਅਸੀਂ ਪ੍ਰਸਾਰ ਭਾਰਤੀ ਨੂੰ ਇਹ ਕਹਿ ਕੇ ਕਿ ਨਿਰਪੱਖ ਹੈ, ਆਟੋਨਮਸ ਬਾਡੀ ਹੈ, ਲੇਕਿਨ ਪ੍ਰੈਕਟੀਕਲੀ ਇਹ ਸਰਕਾਰ ਦੇ ਅੰਦਰ ਹੀ ਕੰਮ ਕਰਦੀ ਹੈ। ਸੋ ਬਹੁਤਾ ਫਰਕ ਸਾਡੇ ਪਬਲਿਕ ਬ੍ਰੌਡਕਾਸਟਿੰਗ ਪ੍ਰਸਾਰ ਭਾਰਤੀ ਬਣਨ ਤੋਂ ਨਹੀਂ ਪਿਆ।